ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅੱਜ ਜਿਸ ਤਰੀਕੇ ਨਾਲ ਪੰਜਾਬ ਦੀ ਵਿਧਾਨ ਸਭਾ 'ਚ ਲੋਕਤੰਤਰ ਦਾ ਘਾਣ ਹੋ ਰਿਹਾ, ਉਸ ਵਿਸ਼ੇ ਨੂੰ ਲੈ ਕੇ ਅੱਜ ਮੈਂ ਤੁਹਾਡੇ ਕੋਲ ਆਇਆ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਰਾਣਾ केपी जी ਦੀ ਜੋ ਕਾਰਵਾਈ ਰਹੀ ਹੈ, ਉਹ ਕੇਵਲ ਤੇ ਕੇਵਲ, ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿ ਰਿਹਾ that he has behaved like a congressman। ਔਰ ਜੇ ਤੁਸੀਂ ਉਸ ਦਿਨ ਦੀ ਸ਼ਬਦਾਵਲੀ ਕੱਢੋ, ਉਹਨਾਂ ਨੇ 2-3 ਵਾਰੀ ਜਦੋਂ 0 ਆਵਰ ਚੱਲਦਾ ਸੀ ਇਹ ਗੱਲ ਕਹੀ ਕਿ ਤੁਹਾਡੇ ਵੇਲੇ ਸਪੀਕਰ ਸਾਹਿਬ ਦਾ ਕੰਮ ਇਹ ਨਹੀਂ, ਉਹ ਸਾਡੇ ਸਭ ਦੇ ਸਾਂਝੇ। ਤੁਹਾਡੇ ਵੇਲੇ ਸਾਡੇ ਵੇਲੇ ਇਹ ਕੰਮ ਸਪੀਕਰ ਦਾ ਨਹੀਂ ਹੈ। ਔਰ ਬੜੇ ਹੈਰਾਨਗੀ ਦੀ ਗੱਲ ਹੋਈ ਕਿ ਸਾਨੂੰ ਉਸ ਦਿਨ ਵਿਧਾਨ ਸਭਾ ਤੋਂ ਜਦੋਂ ਕੱਢਿਆ ਗਿਆ, ਵੇਖੋ ਅੱਖ ਮਟਕੇ ਤੋਂ ਬਾਅਦ, ਅੱਖ ਮਟਕਾ ਕਿਹਦੇ ਨਾਲ ਹੁੰਦਾ ਹੈ? ਚੀਫ ਮਿਨਿਸਟਰ ਸਾਹਿਬ ਨਾਲ। ਇਸ ਤਰ੍ਹਾਂ ਅੱਖ ਲਾਈਆਂ ਗਈਆਂ, ਉੱਥੋਂ ਇਸ਼ਾਰਾ ਹੋਇਆ ਕਿ ਚੱਕ ਦਿਓ, ਤੇ ਅੱਖ ਮਟਕੇ ਤੋਂ ਬਾਅਦ ਸਾਨੂੰ ਕੱਢਤਾ। ਔਰ ਸਾਡਾ ਗੁਨਾਹ ਕੀ ਹੈ, ਗਲਤੀ ਕੀ ਹੈ? ਵੇਖੋ ਲੋਕਾਂ ਦੀ ਇਹ ਮੌਜੂਦਾ ਕਾਂਗਰਸ ਦੀ ਸਰਕਾਰ ਨਹੀਂ ਸੁਣ ਰਹੀ ਗੱਲ, ਇਸ 'ਚ ਤਾਂ ਕੋਈ ਦੋ ਰਾਵਾਂ ਨਹੀਂ। ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਸੀਂ, ਵਿਧਾਨ ਸਭਾ ਅੱਗੇ ਇਹ ਛੇਤੀ ਕਿਤੇ ਸੈਸ਼ਨ ਲਾ ਕੇ ਰਾਜੀ ਨਹੀਂ। ਜੇ ਸੈਸ਼ਨ ਲੱਗਦਾ ਤੇ ਬੜੇ ਸੀਮਿਤ ਦਿਨਾਂ ਲਈ ਲੱਗਦਾ। ਹੁਣ ਉਸ ਸੈਸ਼ਨ ਦੌਰਾਨ ਬਜਟ ਤੋਂ ਇੰਪੋਰਟੈਂਟ ਇਜਲਾਸ ਕੋਈ ਨਹੀਂ, ਔਰ ਬਜਟ ਸੈਸ਼ਨ ਹੋਵੇ। 4 ਸਾਲ ਬੀਤ ਗਏ ਹੋਣ, 4 ਸਾਲਾਂ 'ਚ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ, ਚਾਹੇ ਉਹ ਕਿਸਾਨਾਂ ਨਾਲ ਹੈ ਕਰਜ਼ਾ ਮਾਫੀ ਦਾ, ਜਿਹਦੇ 'ਚ ਕਿਹਾ ਗਿਆ ਸੀ ਅਸੀਂ ਪੂਰਨ ਕਰਜ਼ਾ ਮਾਫ ਕਰਾਂਗੇ 90,000 ਕਰੋੜ। ਔਰ ਉਹ ਵੀਡੀਓ ਚੱਲਦੀ ਹੈ, ਇਫ ਯੂ ਵਾਂਟ ਮੈਂ ਵੀਡੀਓ ਸਪਲਾਈ ਕਰੂੰ ਤੁਹਾਨੂੰ, ਜਿਸ 'ਚ ਉਹਨਾਂ ਨੇ ਕਿਹਾ, ਮੈਂ ਆੜਤੀਏ ਦਾ ਕਲੀਅਰਲੀ ਕਿਹਾ, ਇਹ ਵੀ ਕਿ ਕੋਈ ਮਤਲਬ ਇਹਦੇ 'ਚ ਮਿਸਕਨਸੈਪਸ਼ਨ ਨਹੀਂ ਹੈ, ਕਲੀਅਰ ਵਰਡਸ ਨੇ। ਮੈਂ ਆੜਤੀਏ ਦਾ ਕਰਜ਼ਾ ਮਾਫ ਕਰੂੰ, ਨੈਸ਼ਨਲਾਈਜ਼ਡ ਬੈਂਕਾਂ ਦਾ ਕਰੂੰ, ਕੋਆਪਰੇਟਿਵ ਬੈਂਕਾਂ ਦਾ ਕਰੂੰ, ਲੀਕ ਮਾਰ ਦੂੰ ਕਰਜ਼ਿਆਂ ਤੋਂ, ਤੁਹਾਨੂੰ ਕਰਜ਼ੇ ਦੀ ਰਾਹਤ ਮਿਲ ਜੂ। ਸਾਧ ਸੰਗਤ ਜੀ, ਇਹ ਵਾਅਦਾ ਕੀਤਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਧਰਤੀ ਤੇ ਖਲੋ ਕੇ 4 ਸਾਲ ਬੀਤ ਗਏ ਆ। ਔਰ ਮੈਂ ਲੇਟੈਸਟ ਐਗਜ਼ਾਮਪਲ ਉਸ ਦਿਨ ਗੱਲ ਵੀ ਕੀਤੀ ਕਿ ਕਿਉਂ ਨਾ ਪਰਚਾ ਦਰਜ ਹੋਵੇ ਅਗੇਂਸਟ ਕੈਪਟਨ ਅਮਰਿੰਦਰ ਸਿੰਘ, PPCC ਪ੍ਰਧਾਨ, ਕੋਆਪਰੇਟਿਵ ਮਿਨਿਸਟਰ ਜਿਹੜਾ ਦਸੂਏ 'ਚ ਜਗਤਾਰ ਸਿੰਘ ਤੇ ਕਿਰਪਾਲ ਸਿੰਘ, ਜਿਨ੍ਹਾਂ ਨੇ ਇਹਨਾਂ ਦੇ ਇਹ ਜੇ 1500 ਤੋਂ ਵੱਧ ਕਿਸਾਨ ਨੇ ਜਿਨ੍ਹਾਂ ਦੀ ਸੁਸਾਈਡ ਹੋ ਗਏ ਆ, ਜਿਨ੍ਹਾਂ ਨੇ ਕਰਜ਼ਾ ਮਾਫੀ ਪ੍ਰੋਗਰਾਮ ਦਾ ਭਰੋਸਾ ਕੀਤਾ, ਜਿਨ੍ਹਾਂ ਕੋਲ ਫਾਰਮ ਭਰਾਏ ਗਏ, ਬੁੱਧ ਸਿੰਘ ਵਰਗੇ ਕਿਸਾਨ ਜਿਨ੍ਹਾਂ ਦੇ ਘਰ ਜਾ ਕੇ ਇੱਕੋ ਫਾਰਮ ਕੈਪਟਨ ਸਾਹਿਬ ਨੇ ਭਰਾਇਆ, ਉਹਦਾ ਵੀ ਕੋਆਪਰੇਟਿਵ ਦਾ ਕਰਜ਼ਾ ਉਹ ਵੀ ਨਹੀਂ ਮਾਫ ਹੋਇਆ। ਜੇ ਇਹ ਮੁੱਦੇ ਕਿੱਲੇ ਜ਼ਮੀਨ ਉਹ ਦਸੂਏ ਵਾਲਿਆਂ ਦੀ, ਜੇ ਉਹਨਾਂ ਨੇ ਆਪਣੀ ਸੁਸਾਈਡ ਨੋਟ 'ਚ ਲਿਖਦੇ ਆ ਕਿ 1 ਕਿੱਲੇ ਦੇ ਅਸੀਂ ਮਾਲਕ, ਸੁਸਾਇਟੀ ਦਾ ਸਾਡਾ ਕਰਜ਼ਾ, ਕਾਂਗਰਸ ਦੇ ਧੋਖੇ ਤੋਂ ਦੁਖੀ ਹੋ ਕੇ ਅਸੀਂ ਸੁਸਾਈਡ ਕਰੇ। ਹੁਣ ਅਸੀਂ ਵਿਧਾਨ ਸਭਾ 'ਚ ਇਹ ਗੱਲ ਉਠਾਵਾਂਗੇ ਕਿ ਨਹੀਂ ਉਠਾਵਾਂਗੇ? ਔਰ ਇਹ ਗੱਲ ਜਦ ਉਠਾਈ ਜਾਂਦੀ ਹੈ ਤੇ ਸਾਨੂੰ ਰੋਕਿਆ ਜਾਂਦਾ। ਹੁਣ ਉਸ ਦਿਨ ਕੀ ਹੋਇਆ? ਜਿਸ ਦਿਨ ਸਾਨੂੰ ਕੱਢਿਆ ਗਿਆ, ਸਪੀਕਰ ਸਾਹਿਬ ਸਾਨੂੰ ਕਹਿੰਦੇ ਕਿ ਅਸੀਂ ਤੁਹਾਨੂੰ 0 ਆਵਰ 'ਚ ਬੜਾ ਖੁੱਲ੍ਹਾ ਟਾਈਮ ਦੇਤਾ। ਦੇਖੋ ਕੋਈ ਕਾਨੂੰਨ ਇਹ ਨਹੀਂ ਕਿ 0 ਆਵਰ 'ਚ ਟਾਈਮ ਦੇਤਾ, ਤੇ ਕਿਹੜੇ ਕਾਨੂੰਨ ਤਹਿਤ ਮੈਨੂੰ ਕਹਿ ਰਿਹਾ ਕਿ ਅਸੀਂ ਬਾਅਦ 'ਚ ਗੱਲ ਨਹੀਂ ਕਰ ਸਕਦੇ? ਫਲੋਰ ਆਫ ਦਾ ਹਾਊਸ ਚੀਫ ਮਿਨਿਸਟਰ ਸਾਹਿਬ ਆਪ ਦਾ ਭਾਸ਼ਣ ਕਰਨ, ਅਸੀਂ ਉਹਨਾਂ ਦੀ ਗੱਲ ਸੁਣਨਾ ਚਾਹੁੰਦੇ ਹਾਂ, ਪੰਜਾਬ ਦੇ ਲੋਕ ਵੀ ਸੁਣਨ, ਮਗਰ ਝੂਠ ਨਹੀਂ ਸੁਣਨਾ ਚਾਹੁੰਦੇ। ਝੂਠ 4 ਸਾਲ ਸੁਣਿਆ, ਤੇ ਜੇ ਝੂਠ ਜਿਹੜਾ ਸੁਣੂਗਾ ਉਹ ਤਾਂ ਵਿਧਾਨ ਸਭਾ 'ਚ ਬਹਿ ਸਕਦਾ ਹੈ,
ਤੇ ਜਿਹੜਾ ਝੂਠ ਨਹੀਂ ਸੁਣੂਗਾ, ਜਿਹੜਾ ਲੋਕਾਂ ਦੀ ਗੱਲ ਕਰੂਗਾ, ਪੰਜਾਬ ਦੀ ਮੁਸ਼ਕਲਾਤਾਂ ਦੀ ਗੱਲ ਕਰੂਗਾ, ਉਹਨੂੰ ਬਾਹਰ ਦਾ ਰਸਤਾ ਵਿਖਾਇਆ ਜਾਊਗਾ। ਸਭ ਤੋਂ ਪਹਿਲਾਂ ਕਿਹੜੀ ਗੱਲ ਦਾ ਰੌਲਾ ਪਿਆ? ਸਭ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਬੋਲਣ ਲੱਗੇ, ਤੁਸੀਂ ਵੇਖੋਗੇ, ਕਿਉਂਕਿ ਦੇਖੋ ਮੀਡੀਆ ਤੋਂ ਵੀ ਲੁਕੋ ਹੈ, ਮੀਡੀਆ ਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਜਾਂਦਾ। ਇੱਕ ਰਿਕਾਰਡਿੰਗ ਦਾ ਤਰੀਕਾ ਇਹ ਜਿਹਾ ਹੁੰਦਾ ਕਿ ਕੱਲਾ ਕੈਮਰਾ ਰੂਲਿੰਗ ਪਾਰਟੀ ਵੱਲ ਭੱਜਦਾ, ਦੂਜੇ ਪਾਸੇ ਪੈਂਦਾ ਹੀ ਨਹੀਂ। ਵੈਸੇ ਤਾਂ ਇਹ ਇਲੈਕਸ਼ਨ ਕਰਾ ਲੈਣ ਤੇ ਕਰੋਨੇ ਦਾ ਖਤਰਾ ਨਹੀਂ, ਇਹ ਆਪਦੇ ਰੈਲੀਆਂ ਪ੍ਰੋਗਰਾਮ ਕਰ ਲੈਣ, ਕਰੋਨੇ ਦਾ ਖਤਰਾ ਨਹੀਂ। ਮਗਰ ਜਦੋਂ ਵਿਧਾਨ ਸਭਾ ਦਾ ਇਜਲਾਸ ਆਉਂਦਾ ਹੈ, ਉਦੋਂ ਇਹਨਾਂ ਦਾ ਕਰੋਨੇ ਦਾ ਖਤਰਾ, ਕਰੋਨਾ ਦਾ ਕਹਿਰ ਬੇਕਾਬੂ ਹੋ ਜਾਂਦਾ। ਕਿਉਂ? ਕਿਉਂਕਿ ਔਰ ਸਿਲੈਕਟਿਵ ਤਰੀਕੇ ਨਾਲ ਉਹਦੀ ਵੀਡੀਓਗ੍ਰਾਫੀ ਹੁੰਦੀ ਹੈ, ਜਿਹੜਾ ਚਾਹੀਦਾ ਨਹੀਂ। ਇਫ ਯੂ ਹੈਵ ਨਥਿੰਗ ਟੂ ਲੂਜ਼, ਇਫ ਯੂ ਹੈਵ ਨਥਿੰਗ ਟੂ ਹਾਈਡ, ਕਾਂਗਰਸ ਸਰਕਾਰ ਨੂੰ ਤਾਂ ਸਾਰੇ ਚੈਨਲਾਂ ਨੂੰ ਸੱਦ ਕੇ ਇਹ ਗੱਲ ਪੁੱਛ ਲੈਣੀ ਚਾਹੀਦੀ, ਉੱਥੇ ਲਾਈਵ ਕਵਰੇਜ ਕਰਾ ਦੇਣ। ਮਗਰ ਹੋਇਆ ਕੀ? ਸੀਐਮ ਸਾਹਿਬ ਬੋਲੇ ਔਰ ਥੋੜੀ ਦੇਰ ਬਾਅਦ ਬੋਲਦੇ ਕਹਿੰਦੇ ਮੈਂ ਵਧਾਈ ਦੇਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ, ਔਰ ਖਾਸ ਤੌਰ ਤੇ ਕਾਂਗਰਸ ਦੇ ਐਮਐਲਏ ਨੂੰ, ਜਿਨ੍ਹਾਂ ਨੇ ਮੇਰੀ ਸਰਕਾਰ ਦੇ ਪ੍ਰੋਗਰਾਮ ਥੱਲੇ ਤੱਕ ਪਹੁੰਚਾਏ ਔਰ ਸਾਡੀ ਸ਼ਾਨਦਾਰ ਜਿੱਤ ਆ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨਾਂ 'ਚ ਹੋਈਆਂ। ਉਹਦੇ ਤੇ ਆਪੱਤੀ ਜਤਾਈ ਸਾਡੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਿਹੜੇ ਐਮਐਲਏ ਨੇ ਬਰਕੰਦੀ ਸਾਹਿਬ, ਔਰ ਐਫਆਈਆਰ ਕੱਢੀ ਕਿ ਕਿਵੇਂ ਉਹਨਾਂ ਦੇ ਕੈਂਡੀਡੇਟਾਂ ਤੇ ਉਹਨਾਂ ਦੇ ਕੈਂਡੀਡੇਟ ਦੇ ਰਿਸ਼ਤੇਦਾਰਾਂ ਦੇ ਇੱਕ ਰਿਸ਼ਤੇਦਾਰ ਜਿਹੜਾ ਆਸਟ੍ਰੇਲੀਆ ਬੈਠਿਆ ਉੱਤੇ ਵੀ ਅਟੈਂਪਟ ਟੂ ਮਰਡਰ ਦਾ ਕੇਸ ਦਰਜ ਕਰਤਾ, ਔਰ ਅੱਜ ਉਹ ਉੱਥੇ ਆ। ਔਰ ਅਸੀਂ ਫਿਰ ਸਾਰਿਆਂ ਨੇ ਗੱਲ ਕੀਤੀ ਕਿ ਦੇਖੋ ਸੁਖਬੀਰ ਸਿੰਘ ਜੀ ਬਾਦਲ ਨੇ ਐਸਡੀਐਮ ਤੋਂ ਟਾਈਮ ਲਿਆ, ਉਹਨਾਂ ਤੇ ਅਟੈਕ, ਮਰੇ ਬੰਦੇ ਐਤਕੀ ਇਲੈਕਸ਼ਨ 'ਚ ਵੋਟਾਂ ਪਾ ਗਏ। ਉਹ ਤੁਸੀਂ ਵੀਡੀਓ ਵੇਖੀ ਹੋਣੀ, ਜਿਸ 'ਚ ਇੱਕ ਬੰਦਾ ਵੋਟ ਪਾਉਣ ਜਾਂਦਾ ਤੇ ਕਹਿੰਦਾ, ਉਹ ਪੁੱਛਦਾ ਆ ਉੱਥੇ ਜਿਹੜਾ ਬੈਠਿਆ ਕਾਊਂਟਰ ਤੇ, ਮੈਂ ਗੱਲ ਪਹਿਲਾਂ ਵੀ ਸੁਣਾਈ ਸੀ, ਫੇਰ ਤੁਹਾਨੂੰ ਦੁਹਰਾ ਦਿਆਂ। ਉਹ ਕਹਿੰਦਾ ਲੈ ਤੂੰ ਮਗਰੋਂ ਆਇਆ ਚਾਚਾ? ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਚਾਚੀ ਤਾਂ ਪਹਿਲਾਂ ਵੋਟ ਪਾ ਗਈ। ਉਹ ਵਿਚਾਰਾ ਹੈਰਾਨ ਪਰੇਸ਼ਾਨ ਕਿ ਚਾਚੀ ਪਹਿਲਾਂ ਵੋਟ ਕਿੱਥੋਂ ਪਾ ਗਈ? ਕਹਿੰਦਾ ਅੱਛਾ ਇਹ ਫੇਰ ਆ ਕੇ ਵੋਟ ਪਾ ਗਈ? ਕਹਿੰਦਾ ਹਾਂ। ਕਹਿੰਦਾ ਚਾਚਾ ਤੁਸੀਂ ਇਕੱਠੇ ਨਹੀਂ ਰਹਿੰਦੇ? ਕਹਿੰਦੇ ਛੋਟੇ ਵੀ ਰਹਿੰਦੇ ਤਾਂ ਇਕੱਠੇ ਸੀ, ਮਗਰ ਚਾਚੀ ਨੂੰ ਤਾਂ ਮਰਿਆ ਨੂੰ 2 ਸਾਲ ਹੋ ਗਏ, ਚਾਚੀ ਪਤਾ ਨਹੀਂ ਮੇਰੇ ਨਾਲ ਕਿਉਂ ਨਾਰਾਜ਼ ਆ, ਵੋਟ ਪਾ ਜਾਂਦੀ ਹੈ, ਮੈਨੂੰ ਮਿਲ ਕੇ ਜਾਂਦੀ। ਉਹ ਜੇ ਹਾਲਾਤ ਬਣੇ। ਔਰ ਤੁਸੀਂ ਵੇਖੋ ਉੱਥੇ ਆਪਣੇ ਲਹਿਰੇ ਗਾਗਾ 'ਚ ਜਿੱਤੇ ਹਰਾਤੇ, ਹਰਾਏ ਜਿਤਾਤੇ, 307 ਸਾਰੇ ਕੈਂਡੀਡੇਟਾਂ ਦੇ ਭਿੱਖੀਵਿੰਡ 'ਚ, ਮੋਗੇ 'ਚ 2 ਬੰਦੇ ਮਾਰਤੇ ਗਏ। ਇਸ ਤਰੀਕੇ ਦੀ ਧਾਂਦਲੀ ਹੋਈ ਵਾਰਡ ਬੰਦੀ ਤੋਂ ਲੈ ਕੇ ਅਖੀਰ ਤੱਕ, ਐਂਡ ਤੁਸੀਂ ਇਹਨੂੰ ਫ੍ਰੀ ਐਂਡ ਫੇਅਰ ਇਲੈਕਸ਼ਨ ਕਹਿ ਰਹੇ ਹੋ। ਬੜਾ ਰੌਲਾ ਪਿਆ, ਔਰ ਅਖੀਰ ਦੇ ਰੌਲੇ ਦਾ ਕੀ ਹੋਇਆ? ਹਾਊਸ ਅਡਜਰਨ ਹੋਣਾ ਪਿਆ। ਜਦੋਂ ਹਾਊਸ ਅਡਜਰਨ ਹੁੰਦਾ ਹੈ, ਸਾਨੂੰ ਸਪੀਕਰ ਸਾਹਿਬ ਫੇਰ ਬੁਲਾਉਂਦੇ, ਅਸੀਂ ਗਏ, ਅਸੀਂ ਸਪੀਕਰ ਸਾਹਿਬ ਨੂੰ ਇੱਕ ਬੇਨਤੀ ਕੀਤੀ ਕਿ ਜਾਂ ਤਾਂ ਸੀਐਮ ਸਾਹਿਬ ਇਹ ਜਿਹੀਆਂ ਗੱਲਾਂ ਕਰਨ ਨਾ, ਤੇ ਜਾਂ ਕਰਨੀਆਂ ਫਿਰ ਸੱਚ ਕਬੂਲਣ ਜੋ ਲੋਕਾਂ ਨਾਲ ਹੋਇਆ, ਕਿਉਂਕਿ ਲੋਕਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਨਹੀਂ ਮਿਲਿਆ। ਚਲੋ ਰੌਲੇ ਗੌਲੇ ਤੋਂ ਬਾਅਦ ਸੈਸ਼ਨ ਫੇਰ ਸ਼ੁਰੂ ਹੋ ਗਿਆ, ਅਸੀਂ ਚੁੱਪ ਕਰਕੇ ਬਹਿ ਗਏ। ਉਸ ਤੋਂ ਬਾਅਦ ਕੀ ਸੀਐਮ ਸਾਹਿਬ ਗੱਲ ਕਰਦੇ ਆ, ਕਹਿੰਦੇ ਜੀ ਦੇਖੋ ਕਰੋਨਾ ਦਾ ਐਡਾ ਵਧੀਆ ਅਸੀਂ ਰੋਕਥਾਮ ਕੀਤਾ, ਐਡਾ ਵਧੀਆ ਕੰਮ ਚੱਲ ਰਿਹਾ। ਅਸੀਂ ਇੱਕੋ ਗੱਲ ਉੱਠ ਕੇ ਕਹੀ ਕਿ ਜੇ ਕਰੋਨਾ ਦਾ ਕੰਮ ਇੰਨਾ ਵਧੀਆ ਚੱਲ ਰਿਹਾ ਹੈ ਤੇ ਸਰਕਾਰੀ ਆંકੜੇ ਕਹਿੰਦੇ ਆ ਕਿ 5900 ਤੋਂ ਵੱਧ ਡੈਥਸ ਹੋ ਗਈਆਂ। ਹਲੇ ਜਿਹੜੇ ਅਨਰਿਪੋਰਟਡ ਆ ਉਹ ਛੱਡ ਦਿਓ, ਜਿਹੜਾ ਤੁਸੀਂ ਰਿਕਾਰਡ ਤੇ ਨਹੀਂ ਲਿਆ ਰਹੇ। ਔਰ ਜੇ ਕਰੋਨਾ ਦਾ ਐਡਾ ਵਧੀਆ ਕੰਮ ਸੀ, ਤੁਹਾਡੇ ਇੱਥੇ ਹੈਲਥ ਮਿਨਿਸਟਰ ਸਾਹਿਬ ਬਲਬੀਰ ਸਿੰਘ ਸਿੱਧੂ ਸਾਹਿਬ ਬੈਠੇ, ਇਹਨਾਂ ਨੂੰ ਕਰੋਨਾ ਹੋਇਆ, ਇੱਕ ਵਜ਼ੀਰ ਨੇ ਵੀ ਇਲਾਜ ਸਰਕਾਰੀ ਹਸਪਤਾਲ ਤੋਂ ਨਹੀਂ ਕਰਾਇਆ। ਇਹ ਇਸ ਗੱਲ ਨੂੰ ਦਰਸਾਉਂਦਾ ਜਦ ਹੈਲਥ ਮਿਨਿਸਟਰ ਨੂੰ ਨਹੀਂ ਭਰੋਸਾ ਆਪਦੇ ਮਹਿਕਮੇ ਤੇ ਬਾਕੀ ਬੰਦੇ ਕਿੱਥੋਂ ਭਰੋਸਾ ਕਰਨਗੇ। ਔਰ ਅਸੀਂ ਫਿਰ ਨਿਰਮਲ ਸਿੰਘ ਸ਼ਤਰਾਣਾ ਸਾਹਿਬ ਦੀ ਗੱਲ ਕੀਤੀ, ਜਦੋਂ ਪਟਿਆਲੇ ਦੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਾ ਰਹੇ ਸੀ, ਫਿਰ ਛੱਡ ਕੇ ਭੱਜੇ ਕਿਉਂਕਿ ਉਹਨਾਂ ਦਾ ਇਲਾਜ ਠੀਕ ਨਹੀਂ ਹੋ ਰਿਹਾ ਸੀ, ਜਿਹਦਾ ਕਾਂਗਰਸ ਤੇ ਰੂਲਿੰਗ ਪਾਰਟੀ ਦਾ ਹਾਲ ਹੈ। ਚਲੋ ਉਹ ਗੱਲ ਵੀ ਮੁੱਕੀ, ਉੱਤੇ ਵੀ ਰੌਲਾ ਪਿਆ। ਫਿਰ ਆ ਗਏ ਬਿਜਲੀ ਦੀਆਂ ਦਰਾਂ ਨੂੰ ਲੈ ਕੇ, ਕਹਿੰਦੇ ਜੀ ਮੇਰੀ ਕਮਿਟਮੈਂਟ ਸੀ 5 ਰੁਪਏ ਬਿਜਲੀ ਦੇਣਾ, ਅਸੀਂ 5 ਰੁਪਏ ਬਿਜਲੀ ਦੇ ਰਹੇ ਹਾਂ, ਤੇ ਕਹਿੰਦੇ ਜਿਹੜੇ ਕਰੋਨਾ ਕਾਲ 'ਚ ਅਸੀਂ ਇਹ ਮਾਫ ਰੱਖਿਆ, ਮਤਲਬ ਉਹ ਜਿਹੜਾ ਫਿਕਸ ਚਾਰजेस ਸੀ ਉਸ ਨੂੰ ਵੇਵ ਆਫ ਕਰਤਾ। ਇਸ ਤੇ ਸਾਡੇ ਐਨਕੇ ਸ਼ਰਮਾ ਜੀ ਨੇ
देखो ਅਸੀਂ ਮੰਗਦੇ ਕੀ ਆ? ਪੁਆਇੰਟ ਆਫ ਆਰਡਰ। ਪੁਆਇੰਟ ਆਫ ਆਰਡਰ ਸਾਡਾ ਸੰਵਿਧਾਨਿਕ ਹੱਕ ਹੈ, ਖੋ ਨਹੀਂ ਸਕਦਾ ਕੋਈ। ਯੂ ਇਫ ਸਮਬਡੀ ਇਜ਼ ਮਿਸਸਟੇਟਿੰਗ ਫੈਕਟਸ, ਕੋਈ ਝੂਠ ਬੋਲ ਰਿਹਾ ਹੈ, ਕੋਈ ਗੁੰਮਰਾਹਕੁਨ ਭਾਸ਼ਣ ਦੇ ਰਿਹਾ ਹੈ, ਹਰ ਐਮਐਲਏ ਦਾ ਹੱਕ ਹੈ ਕਿ ਸਪੀਕਰ ਸਾਹਿਬ ਕੋਲੋਂ ਪੁਆਇੰਟ ਆਫ ਆਰਡਰ ਉਹ ਲਵੇ ਤੇ ਆਪਦੀ ਗੱਲ ਰੱਖੇ। ਅਸੀਂ ਫੇਰ ਪੁਆਇੰਟ ਆਫ ਆਰਡਰ ਲਿਆ ਕਿ ਫਿਕਸ ਚਾਰजेस ਕੋਈ ਵੇਵ ਆਫ ਨਹੀਂ ਹੋਏ, ਲੋਕਾਂ ਤੋਂ ਪੈਸੇ ਵਸੂਲੇ ਗਏ, ਲੋਕਾਂ ਨੂੰ ਪ੍ਰੋ ਰਾਟਾ ਰੇਟ ਲੱਗੇ। ਔਰ ਅੱਜ ਅਸਲੀਅਤ ਇਹ ਹੈ ਕਿ ਬਿਜਲੀ 9 ਰੁਪਏ ਤੋਂ 11 ਰੁਪਏ ਲੋਕਾਂ ਨੂੰ ਪਰ ਯੂਨਿਟ ਦੇਣੀ ਪੈ ਰਹੀ ਹੈ, ਕੋਈ 5 ਰੁਪਏ ਬਿਜਲੀ ਨਹੀਂ ਦਿੱਤੀ ਜਾ ਰਹੀ। ਚਲੋ ਅਸੀਂ ਜਦ ਸਾਡੀ ਗੱਲ ਸਪੀਕਰ ਸਾਹਿਬ ਨੇ ਸਾਨੂੰ ਕਹਿਤਾ ਤੁਹਾਨੂੰ ਜਿੰਨੀਆਂ ਵੀ ਪ੍ਰੋਬਲਮਾਂ ਨੇ ਤੁਸੀਂ ਆਪ ਦੀ ਗੱਲ ਅਖੀਰ 'ਚ ਕਰ ਲਿਓ। ਅਸੀਂ ਸਪੀਕਰ ਸਾਹਿਬ ਨੂੰ ਇੱਕ ਬੇਨਤੀ ਕੀਤੀ ਕਿ ਪਿਛਲੇ ਸੈਸ਼ਨ 'ਚ ਵੀ ਤੁਸੀਂ ਸਾਨੂੰ ਕਿਹਾ ਸੀ ਅਖੀਰ 'ਚ ਕਰ ਲਿਓ, ਅਖੀਰ 'ਚ ਸੀਐਮ ਸਾਹਿਬ ਨੇ ਭਾਸ਼ਣ ਦਿੱਤਾ ਤੇ ਪਾਰ ਗਏ ਤੇ ਤੁਸੀਂ ਸਾਡੀ ਗੱਲ ਨਹੀਂ ਸੁਣੀ। ਇਸ ਲਈ ਜਦ ਝੂਠ ਬੋਲੂ ਸਰਕਾਰ, ਅਸੀਂ ਆਪ ਦੀ ਗੱਲ ਨੂੰ ਉੱਥੇ ਰਿਕਾਰਡ ਕਰਾਵਾਂਗੇ। ਚਲੋ ਹੀ ਅਗੇਨ ਸਪੀਕਰ ਥ੍ਰੈਟਨਡ ਅਸ ਕਿ ਜੇ ਤੁਸੀਂ ਨਹੀਂ ਇਸ ਤਰ੍ਹਾਂ ਜੇ ਗੱਲ ਕਰੋਗੇ। ਹੁਣ ਅਸੀਂ ਕਿਹਦੀ ਗੱਲ ਕਰ ਰਹੇ ਸੀ? ਜੋ ਪੰਜਾਬ ਦੀ ਅਸਲੀਅਤ ਦੀ ਗੱਲ ਹੈ, ਅਸਲੀ ਹਾਲਾਤ ਨੇ ਗਰਾਊਂਡ ਦੇ। ਸੀਐਮ ਸਾਹਿਬ ਤਾਂ ਜਾਂਦੇ ਨਹੀਂ ਬਾਹਰ, ਸੀਐਮ ਸਾਹਿਬ ਤਾਂ ਮਿਲੇ ਨਹੀਂ ਕਿਸੇ ਨੂੰ, ਇਹਨਾਂ ਦੇ ਮੰਤਰੀ ਅਨਅਪਰੋਚੇਬਲ ਨੇ। 5 ਰੁਪਏ ਬਿਜਲੀ ਦਾ ਯੂਨਿਟ ਹੈ ਤੇ ਤੁਸੀਂ ਦੱਸ ਦਿਓ, ਮੈਂ ਚੁੱਪ ਕਰਕੇ ਬਹਿ ਜਾਊਂਗਾ। ਮਗਰ ਜਦ ਇਹ ਸਾਰਾ ਕੁਝ ਹੋਇਆ, ਸਪੀਕਰ ਸਾਹਿਬ ਟੋਲਡ ਅਸ ਕਿ ਆਈ ਵਿਲ ਥਰੋ ਇਟ ਆਊਟ ਆਫ ਦਾ ਹਾਊਸ। ਚਲੋ ਅਸੀਂ ਮਨ ਬਣਾਇਆ ਕਿ ਅਸੀਂ ਨਹੀਂ ਇਸ ਕੰਮ 'ਚ, ਅਸੀਂ ਆਪ ਦਾ ਪ੍ਰੋਟੈਸਟ ਦਰਜ ਕਰਾਤਾ ਸੀ, ਆਪ ਦਾ ਵਾਕਆਊਟ ਕਰਕੇ ਵਾਪਸ ਆ ਗਏ। ਜਦੋਂ ਵਾਪਸ ਆਏ ਫਿਰ ਸੀਐਮ ਸਾਹਿਬ ਨੇ ਗੱਲ ਛੇੜ ਲਈ ਕਿਸਾਨੀ ਬਿੱਲਾਂ ਦੀ। ਮੈਨੂੰ ਬੜੀ ਹੈਰਾਨਗੀ ਹੋਈ। ਮੈਂ ਸੀਐਮ ਸਾਹਿਬ ਨੂੰ ਇੱਕੋ ਬੇਨਤੀ ਕੀਤੀ, ਮੈਂ ਕਿਹਾ ਜੀ ਕਿਸਾਨੀ ਬਿੱਲਾਂ ਦੀ ਤੁਸੀਂ ਗੱਲ ਕਰਦੇ ਹੋ, ਪਹਿਲਾਂ ਤਾਂ ਤੁਸੀਂ ਇੱਕ ਸਪੈਸ਼ਲ ਸੈਸ਼ਨ ਸੱਦ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਗੱਲ ਕੀਤੀ। ਤੁਸੀਂ ਉਸ ਕਾਨੂੰਨ ਥੱਲੇ ਇਹ ਬਿੱਲ ਭੇਜੇ ਕਨਕਰੈਂਟ ਲਿਸਟ, ਜਿਹੜਾ ਸਟੇਟ ਦੇ ਅਧਿਕਾਰ ਖੇਤਰ ਥੱਲੇ ਹੀ ਨਹੀਂ। ਸਟੇਟ ਦਾ ਅਧਿਕਾਰ ਹੈ ਐਗਰੀਕਲਚਰ ਤੇ, ਤੁਸੀਂ ਪੰਜਾਬ ਸਟੇਟ ਨੂੰ ਮੰਡੀ ਐਲਾਨ ਦਿੰਦੇ। ਜੋ ਪ੍ਰਤਾਪ ਬਾਜਵਾ ਕਹਿ ਰਿਹਾ ਉਹੀ ਗੱਲ ਜੋ ਅਸੀਂ ਕਹਿ ਰਹੇ ਹਾਂ, ਐਗਰੀਕਲਚਰ ਪੱਲੇ ਫੈਸਲਾ ਨਹੀਂ ਕਰਦੇ। ਫਿਰ ਤੁਸੀਂ ਕਦੇ ਗਵਰਨਰ ਨੂੰ ਨਿੰਦਦੇ ਹੋ, ਕਦੇ ਬੀਜੇਪੀ ਨਾਲ ਨਿੰਦਦੇ ਹੋ, ਮਗਰ ਖੇਡਦੇ ਤੁਸੀਂ ਫਿਕਸਡ ਮੈਚ ਹੋ। ਦੂਜੇ ਪਾਸੇ ਤੁਸੀਂ ਗਵਰਨਰ ਨੂੰ ਰੈੱਡ ਕਾਰਪੇਟ ਵਿਖਾਉਂਦੇ ਹੋ। ਇਹ ਸਾਰੀ ਗੱਲ ਤੋਂ ਰੌਲਾ ਪੈਂਦਾ ਉਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਜੀ ਦੀ ਗੱਲ ਕਰਤੀ। ਮੈਂ ਕਿਹਾ ਵੇਖੋ ਸੀਐਮ ਸਾਹਿਬ, ਇਹਨਾਂ ਗੱਲਾਂ ਦਾ ਫਾਇਦਾ ਨਹੀਂ ਹੋਣਾ। ਇੱਕ ਪਾਸੇ ਸਪੀਕਰ ਸਾਹਿਬ ਸਾਨੂੰ ਕਹਿ ਰਹੇ ਜਿਹੜੇ ਹਾਊਸ 'ਚ ਨਹੀਂ ਉਹਨਾਂ ਦੀ ਗੱਲ ਨਾ ਕਰੋ, ਦੂਜੇ ਪਾਸੇ ਤੁਹਾਨੂੰ ਕੋਈ ਪਾਬੰਦੀ ਨਹੀਂ, ਕਿਉਂਕਿ ਸਪੀਕਰ ਸਾਹਿਬ 'ਚ because he is now not behaving as the guardian of the house, he is behaving more like a congressman and he is obliged to you because you were the PPC president when he was given the ticket from Anandpur Sahib। ਮੈਂ ਕਿਹਾ ਉਹਨਾਂ ਦੇ ਅੱਖਾਂ 'ਚ ਮਜਬੂਰੀ ਸਾਫ਼ ਝਲਕ ਰਹੀ ਹੈ। ਜਿਹੜਾ ਪ੍ਰੈਜ਼ੈਂਟ ਨਹੀਂ, ਜੇ ਅਸੀਂ ਗਾਂਧੀ ਪਰਿਵਾਰ ਬਾਰੇ ਨਹੀਂ ਬੋਲ ਸਕਦੇ ਫਿਰ ਕਿਸੇ ਹੋਰ ਬਾਰੇ ਵੀ ਨਾ ਬੋਲਿਆ ਜਾਵੇ। ਚਲੋ ਬੋਲੇ। ਮੈਂ ਸੀਐਮ ਸਾਹਿਬ ਨੂੰ ਫਿਰ ਇੱਕ ਗੱਲ ਕੀਤੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਤਾਂ ਕਰਦੇ ਹੋ ਜੂਨ ਮਹੀਨੇ ਦੀ ਗੱਲ ਕਿ ਭੈਣ ਜੀ ਨੇ ਇਹ ਕਿਹਾ, ਸੁਖਬੀਰ ਜੀ ਨੇ ਇਹ ਕਿਹਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਜਿਸ ਦਿਨ ਪਰਖ ਦੀ ਘੜੀ ਸੀ, ਦ ਡੇ ਆਫ ਰੈਕਨਿੰਗ, ਜਿਸ ਦਿਨ ਲੋਕ ਸਭਾ ਰਾਜ ਸਭਾ 'ਚ ਬਿੱਲ ਪਾਸ ਹੋਣੇ ਸੀ, ਵੇਅਰ ਵਰ ਸੋਨੀਆ ਗਾਂਧੀ ਐਂਡ ਰਾਹੁਲ ਗਾਂਧੀ? ਉਹ ਕਿਉਂ ਭੱਜ ਗਏ? ਉਹਨਾਂ ਨੇ ਕਿਉਂ ਨਹੀਂ ਵਿਰੋਧ ਕੀਤਾ? ਔਰ ਕੱਲ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੇ ਵੀ ਇਹੀ ਗੱਲ ਕੀਤੀ ਕਿ ਕਾਂਗਰਸੀ ਐਮਪੀ ਡਟਵਾਰ ਵਿਰੋਧ ਤਾਂ ਕਰਦੇ, ਮਗਰ ਕਿਉਂਕਿ ਫਿਕਸਡ ਮੈਚ ਚੱਲ ਰਿਹਾ ਸੀ ਭਾਜਪਾ ਨਾਲ, ਇਹ ਉਦੋਂ ਬਾਈਕਾਟ ਕਰ ਗਏ। ਰਾਜ ਸਭਾ 'ਚ ਸ਼ਾਇਦ ਤੁਹਾਨੂੰ ਪਤਾ ਨਹੀਂ, ਉਸ ਵੇਲੇ ਇਹਨਾਂ ਦੀ ਗਿਣਤੀ 124 ਸੀ, ਯੂਪੀਏ ਲੈਡ ਅਲਾਇੰਸ ਦੀ, ਐਨਡੀਏ ਦੀ ਘੱਟ ਸੀ, 112 ਦੇ 11 ਦੇ ਨੇੜੇ ਸੀ। ਉਦੋਂ ਇਹਨਾਂ ਨੇ ਬਾਈਕਾਟ ਨਹੀਂ ਕੀਤਾ, ਕੋਈ ਵਿਪ ਨਹੀਂ ਜਾਰੀ ਹੋਈ। ਜਦੋਂ ਇਹ ਗੱਲਾਂ ਕੀਤੀਆਂ ਤਾਂ ਫਿਰ ਰੌਲਾ ਪੈ ਗਿਆ। ਕਿਉਂ ਰੌਲਾ ਪਿਆ? ਕਿਉਂਕਿ ਜਾਂ ਤਾਂ ਸੀਐਮ ਸਾਹਿਬ ਗੱਲ ਕਰ ਰਹੇ ਤੁਸੀਂ ਸੁਣ ਲਓ, ਜਾਂ ਸੀਐਮ ਸਾਹਿਬ ਫੈਕਚੁਅਲੀ ਸਹੀ ਗੱਲ ਕਰਨ। ਨਹੀਂ ਕਰਨਗੇ ਤੇ ਸਾਡਾ ਕਨਸਟੀਟਿਊਸ਼ਨਲ ਵਿਧਾਨਕਾਰਾਂ ਨੂੰ ਜੋ ਰਾਈਟ ਮਿਲੇ ਹੈ, ਉਸ ਰਾਈਟ ਤਹਿਤ ਅਸੀਂ ਆਪ ਦੀ ਗੱਲ ਦਰਜ ਕਰਾਵਾਂਗੇ। ਮੈਨੂੰ ਬੜੀ ਹੈਰਾਨਗੀ ਹੋਈ, ਸਪੀਕਰ ਸਾਹਿਬ ਕਹਿੰਦੇ ਅਸੀਂ ਤੁਹਾਨੂੰ 0 ਆਵਰ 'ਚ ਖੁੱਲ੍ਹਾ ਟਾਈਮ ਦੇ ਦਿੱਤਾ ਸੀ। 0 ਆਵਰ 'ਚ ਸੀਐਮ ਸਾਹਿਬ ਭਾਸ਼ਣ ਕਰ ਰਹੇ ਸੀ, ਸਾਨੂੰ ਕੀ ਪਤਾ ਸੀਐਮ ਨੇ ਆ ਕੇ ਇੱਥੇ ਕਿਹੜਾ ਝੂਠ ਬੋਲਣਾ। ਜਦੋਂ ਝੂਠ ਬੋਲਿਆ ਜਾਊ, ਜਦੋਂ ਤੱਥਾਂ ਤੋਂ ਵੱਖਰੀ ਗੱਲ ਕੀਤੀ ਜਾਊ, ਤੇ ਅਸੀਂ ਉਸ ਤੇ ਸਾਡਾ ਸੰਵਿਧਾਨਿਕ ਹੱਕ ਹੈ ਕਿ ਅਸੀਂ ਉਸ ਨੂੰ ਪੁਆਇੰਟ ਆਊਟ ਕਰ ਸਕੀਏ ਤੇ ਆਪਦੀ ਗੱਲ ਕਰ ਸਕੀਏ। ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਖ ਮਟਕੇ ਤੋਂ ਮਗਰੋਂ ਸੀ। ਔਰ ਕਾਰਵਾਈ ਵੇਖੋ ਕਿ ਇਹ ਫਲੋਰ ਇਹ ਬਾਅਦ 'ਚ ਲਿਖਤੀ ਆਇਆ ਕਿ 10 ਐਮਐਲਏ ਕਰਤੇ। ਉਸ ਵੇਲੇ ਬੋਲਦਿਆਂ, ਕਿਉਂਕਿ
ਜਦੋਂ ਕੰਮ ਗਲਤ ਹੋਵੇ ਤੇ ਉਹਦੇ 'ਚ ਗਲਤ ਕੰਮ ਹੋ ਜਾਂਦੇ ਆ। ਉਦੋਂ ਬੋਲਦਿਆਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਐਮਐਲਏਆਂ ਨੂੰ ਫॉर द ਰੈਸਟ ਆਫ ਦ ਰਿਮੇਨਿੰਗ ਸੈਸ਼ਨ ਸਸਪੈਂਡ ਕਰਦਾ। ਸਾਰੇ ਐਮਐਲਏ ਕਿਹੜੇ 10 ਤਾਂ ਸੀ ਹਾਜ਼ਰ ਸੀ, ਜਿਹੜੇ ਗੈਰ ਹਾਜ਼ਰ ਸੀ ਬਾਦਲ ਸਾਹਿਬ, ਭੁੰਦੜ ਸਾਹਿਬ, ਲੋਧੀ ਨੰਗਲ ਸਾਹਿਬ, ਉਹਨਾਂ ਦਾ ਵੀ ਸਾਰੇ ਕਰਤਾ। ਇਹ ਤਾਂ ਬਾਅਦ 'ਚ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਉਹ ਤਾਂ ਹੈ ਹੀ ਨਹੀਂ, ਉਹਨਾਂ ਨੂੰ ਕਿਵੇਂ ਕਰ ਦਿਓਗੇ। ਮਗਰ ਕਹਿਣ ਦਾ ਭਾਵ ਕਿ ਜੋ ਤਰੀਕਾ ਅਪਣਾਇਆ ਗਿਆ ਜਾਂ ਫਿਕਸਡ ਮੈਚ ਜਿਹੜਾ ਚੱਲ ਰਿਹਾ ਸੀ ਉਹ ਫੇਰ ਜੱਗ ਜ਼ਾਹਿਰ ਹੋਏ। ਅਗਲੀ ਗੱਲ ਕੀ ਹੋਈ, ਸਾਨੂੰ ਉਸ ਦਿਨ ਲਈ ਕੱਢ ਦਿੰਦੇ, ਕਿਉਂਕਿ ਠੀਕ ਹੈ ਕਾਂਗਰਸ ਦੀ ਮਜਬੂਰੀ ਸੀ, ਕਾਂਗਰਸ ਨਹੀਂ ਚਾਹੁੰਦੀ ਸੀ ਕਿ ਪੰਜਾਬ ਦੇ ਲੋਕਾਂ ਦੀ ਸੱਚੀ ਗੱਲ ਵਿਧਾਨ ਸਭਾ 'ਚ ਰੱਖੀ ਜਾਵੇ, ਸਾਨੂੰ ਉਸ ਦਿਨ ਕੱਢ ਦਿੰਦੇ। ਮਗਰ ਸਾਨੂੰ ਅੱਜ ਬਜਟ ਲਈ ਕਿਉਂ ਕੱਢਤਾ? ਕਿਉਂਕਿ ਬਜਟ 'ਚ ਵੀ ਉਹੀ ਪੇਚ ਹੈ। ਬਜਟ ਦੀ ਗੱਲ ਮੇਰੀ ਛੱਡੋ, ਆ ਮੈਂ ਅਖਬਾਰਾਂ ਤੁਹਾਨੂੰ ਦੇ ਰਿਹਾ ਕੈਗ ਦੀ ਰਿਪੋਰਟਾਂ। ਇਹ ਕੀ ਰਿਪੋਰਟ ਕਹਿ ਰਹੀ ਹੈ ਕੈਗ ਦੀ? ਇੱਕ ਪਹਿਲੀ ਵਾਲੀ ਫਸਟ ਪੇਜ ਕੈਗ ਦੀ ਰਿਪੋਰਟ ਆਪ ਆਈ ਹੈ, ਜਿਹੜੀ ਛੇਤੀ ਕਿਤੇ ਉੱਥੇ ਆ ਹੁਣ ਮੌਕੇ ਦੇ ਮੌਕੇ ਸ਼ਾਇਦ ਦਿੱਤੀ ਹੈ, ਨਹੀਂ ਤਾਂ ਹਾਲੇ ਤੱਕ ਆਮ ਤੁਹਾਡੇ ਕੋਲ ਪਹੁੰਚੀ ਨਹੀਂ, ਕਿ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ ਦੁੱਗਣਾ ਹੋ ਜਾਣਾ, ਪਹਿਲਾਂ ਨਾਲੋਂ ਵੀ ਵੱਧ ਜਾਣਾ। ਔਰ ਜਿਹੜੀ ਸਰਕਾਰ ਕਾਂਗਰਸ ਦੀ ਕਹਿੰਦੀ ਸੀ ਪਿਛਲੇ ਸਾਲ ਦਾ ਮਾਰਚ ਮਹੀਨੇ ਦਾ ਅਖਬਾਰ ਕੱਢੋ, ਤੇ ਖਜ਼ਾਨਾ ਮੰਤਰੀ ਕਹਿ ਰਹੇ ਸੀ ਇਕਨੋਮੀ ਬੈਕ ਔਨ ਟਰੈਕ, ਬੈਕ ਔਨ ਟਰੈਕ ਸੀ, ਤੇ ਹੁਣ ਕੈਗ ਦੀ ਰਿਪੋਰਟ ਤਾਂ ਕਹਿ ਰਹੀ ਹੈ ਕਿ 3 ਲੱਖ ਪਹੁੰਚ ਜੂ। ਕਮਾਲ ਦੀ ਗੱਲ ਹੋ ਗਈ ਹੈ, ਸਾਡੀ ਨਹੀਂ। ਕੇਵਲ ਤੇ ਕੇਵਲ ਇਹ ਗੱਲ ਸਾਹਮਣੇ ਨਾ ਆਵੇ, ਜਾਂ ਆਹ ਜਿਹੜੀ ਖਬਰ ਲੱਗੀ ਹੈ ਜਿਸ 'ਚ ਕੈਗ ਨੇ ਕਿਹਾ ਸਟੇਟ ਸ਼ਾਈਂਗ ਅਵੇ from spending on health and education, negligible capital expenditure। कैपिटल एक्सपेंडिचर की है सड़कां, पुल, प्रोडक्टिव खर्चा, कि प्रोडक्टिव खर्चा तो करना ही छड्डिया सरकार ने। और पोल खोल कौन कर रहा? कैग कर रही है, जेड़ा कह रहे हैल्थ का बड़ी तगड़ी लड़ाई लड़ी है। हैल्थ की तो पोल अज दी अखबारां ने भी खोलती है। सेंटर की टीम आ गई है कोरोना के उत्ते, कल्ला असी नहीं, कल्ले पंजाब के लोग नहीं कह रहे कि हैल्थ का काम फेल सी, ਹੁਣ ਤਾਂ ਟੀਮ ਸੈਂਟਰ ਦੀ ਵੀ ਆ ਗਈ ਹੈ। ਤੇ ਫਿਰ ਜੇ ਉਸ ਗੱਲ 'ਚ ਕੁਛ ਨਾ ਕੁਛ ਸੱਚਾਈ ਹੈ ਤਦੇ ਤਾਂ ਇਹਨਾਂ ਨੇ ਨਾਈਟ ਕਰਫਿਊ ਲਾਤਾ। ਜੇ ਆਲ ਇਜ਼ ਵੈਲ ਤੇ ਤੁਸੀਂ ਨਾਈਟ ਕਰਫਿਊ ਕਿਉਂ ਲਾਤਾ? ਇਸੇ ਤਰ੍ਹਾਂ ਡਿਲੇ ਇਨ ਪਲਾਨ ਫॉर ਲੈਂਡ ਬੈਕ ਇੰਪੈਕਟਡ ਗਰੋਥ, ਜਿਹੜੀ ਇੰਡਸਟਰੀਅਲ ਗਰੋਥ ਹੈ ਉਹ ਵੀ ਘਟ ਗਈ ਹੈ। ਇਹ ਸਾਰਾ ਕੁਝ ਕੈਗ ਨੇ ਆਪਣੀ ਰਿਪੋਰਟਾਂ 'ਚ, ਹਾਲੇ ਸਾਰੀ ਰਿਪੋਰਟ ਜਨਤਕ ਨਹੀਂ ਹੋਈ ਹੈ, ਮਗਰ ਇਹ ਗੱਲਾਂ, ਕਿਉਂਕਿ ਕੱਲ ਇਹਨਾਂ ਗੱਲਾਂ ਦਾ ਰੌਲਾ ਪੈਣਾ ਸੀ, ਕਰਜ਼ਾ ਮਾਫੀ ਦਾ ਰੌਲਾ ਪੈਣਾ ਸੀ, ਐਸਸੀ ਸਕਾਲਰਸ਼ਿਪ 300 ਕਰੋੜ ਸਰਕਾਰ ਦੱਬੀ ਬੈਠੀ ਹੈ, ਜੋ ਸੈਂਟਰ ਤੋਂ ਪੈਸਾ ਆਇਆ 16-17 ਦਾ, 17-18 19-20 ਡਾਕਟਰ ਅੰਬੇਦਕਰ ਸਾਹਿਬ ਨੂੰ ਵੀ ਇਹ ਠੱਗ ਗਏ, ਉਹਨਾਂ ਦੇ ਨਾਂ ਤੇ ਸਕੀਮ ਚਲਾਈ ਸੀ, ਉਹ ਵੀ ਪੈਸੇ ਨਹੀਂ ਦਿੱਤੇ। ਇਹ ਸਾਰੇ ਮੁੱਦੇ, ਮੁਲਾਜ਼ਮਾਂ ਦੇ ਟੀਏ ਡੀਏ ਅਰੇਅਰਸ ਭੱਤੇ, ਕੱਚੇ ਤੋਂ ਪੱਕੇ, घर घर नौकरी, स्मार्टफोन, सोशल वेलफेयर स्कीमा, क्योंकि श्रोमणी अकाली दल ने सारे मुद्दे उठाने सी एक रली मिली साजिश तहत। सारी डेमोक्रेसी के कायदे कानून छिक्कियां ते टंगदे हुए सानू सारियां नू कढ़ता फॉर द रिमेनिंग सैशन कि ये कुछ कर ना सकन, बोल ना सकन, आप दी गल अगे रख ना सकन। मेरे वीरो, मगर मैं ये गल तुहानू तां दस रहा जट इस तरह लोगों का पैसा खर्च करके 70-70 लाख तो करोड़ रुपया एक दिन लगता है उत्थे सैशन बुलाउण ते जे सैशन बुलाउण ते खर्चा भी करना है तो जेड़ा मियाँ मिठू बन के बैठू वो तो विच बह सकता है, जेड़ा मियाँ मिठू ना बनू, सरकार नाल सहमत ना हो, सरकार दा झूठ जे कोई सुनन तो इनकार करो, उन्होंने बाहर का रस्ता विखाओ। जो इनू लोकतंत्र जां डेमोक्रेसी नहीं कहते। इसलिए मैं तो ये बेनती करता कि सानू तो चलो कढ़ता, मेरी सारे विधानकारां नू बेनती है, जे असी पंजाब प्रति सच्चे हैं, पंजाबियों प्रति सच्चे हैं, पंजाब की किसानी प्रति, पंजाब के नौजवानों प्रति, पंजाब के एंपलॉइज प्रति, पंजाब के SC BC भाईचारे प्रति, फिर कल मनप्रीत सिंह बादल ने सरकार वालों जिहड़ा झूठ उत्थे पेश करना है, उस झूठ का विरोध करियो जे, चाहे वो
ਕਾਂਗਰਸੀ ਹੈ, ਚਾਹੇ ਉਹ ਆਪ ਹੈ, ਚਾਹੇ ਉਹ ਹੋਰ ਹੈ, ਇਹ ਨਾ ਹੋਵੇ ਕਿ ਉਹਨਾਂ ਦਾ ਝੂਠ ਸੁਣ ਕੇ ਤੁਸੀਂ ਬਾਹਰ ਆ ਜਾਓ, ਕਿਉਂਕਿ ਉਸ ਝੂਠ ਨਾਲ ਪੰਜਾਬ ਦੇ ਲੋਕ ਸਹਿਮਤ ਨਹੀਂ ਹੋ ਰਹੇ। ਔਰ ਮੈਂ ਅੱਜ ਵੀ ਤੁਹਾਡੇ ਰਾਹੀਂ ਇਹ ਆਸ ਕਰਦਾ, ਉਮੀਦ ਕਰਦਾ ਕਿ ਇਹ ਨਾ ਹੋਵੇ ਸਪੀਕਰ ਸਾਹਿਬ ਵਿਲ ਬੀ ਰਿਮੈਂਬਰਡ। ਮੈਂ ਤਾਂ ਇਹ ਗੱਲ ਵਿਧਾਨ ਸਭਾ 'ਚ ਵੀ ਹੋਈ ਸੀ ਉਸ ਦਿਨ ਕਿ ਸਪੀਕਰ ਸਾਹਿਬ ਦਾ ਨਾਂ ਸੁਨਹਿਰੀ ਅੱਖਰਾਂ 'ਚ ਇਸ ਲਈ ਲਿਖਿਆ ਜਾਊ ਕਿ ਉਹਨਾਂ ਨੇ ਲੋਕਤੰਤਰ ਦੀਆਂ ਪਰੰਪਰਾਵਾਂ ਦੀ ਕਿਵੇਂ ਧੱਜੀਆਂ ਉਡਾਈਆਂ। ਦੇਖੋ ਉਹ ਐਮਐਲਏ ਜਿਹੜੇ ਅਸਤੀਫਾ ਦੇ ਗਏ ਆ, ਕਾਨੂੰਨ ਬੜਾ ਕਲੀਅਰ ਹੈ, ਜਿਹੜਾ ਸੈਕਸ਼ਨ 10 ਹੈ ਇਹਦਾ ਸੰਵਿਧਾਨ ਦਾ, ਉਹ ਬੜਾ ਕਲੀਅਰ ਹੈ ਕਿ ਜਿਹੜਾ ਐਮਐਲਏ ਆਪ ਦੀ ਪਾਰਟੀ ਛੱਡ ਜੇ ਜਾਂ ਅਸਤੀਫਾ ਦੇ ਜੇ, ਉਹ ਐਮਐਲਏ ਨੂੰ ਹਟਾਓ। ਚੋਣ ਹੋਵੇ ਕਿ ਜਿਹੜੇ ਲੋਕਾਂ ਨੂੰ, ਕਿਉਂਕਿ ਹੱਕ ਕਿਹਦਾ ਖੋਇਆ ਜਾ ਰਿਹਾ, ਉਹ ਲੋਕਾਂ ਦੇ ਜਿਨ੍ਹਾਂ ਨਾਲ ਧੋਖਾ ਆਇਆ ਉਹਨਾਂ ਦਾ ਵੀ ਹੱਕ ਖੋ ਲਿਆ। ਉਹ ਆਪ ਦਾ ਅਸਲ ਨੁਮਾਇੰਦਾ ਭੇਜ ਨਹੀਂ ਸਕ ਰਹੇ, ਖਰਚਾ ਖਜ਼ਾਨੇ 'ਚ ਹੋ ਰਿਹਾ, ਗੱਡੀ, ਡਰਾਈਵਰ, ਗਨਮੈਨ, ਘਰ, ਉਹ ਸਾਰਾ ਖਰਚਾ ਖਜ਼ਾਨੇ 'ਚ ਹੋ ਰਿਹਾ। ਜਿਹੜੇ ਲੋਕਾਂ ਨੇ ਅਸਤੀਫਾ ਦੇ ਦਿੱਤਾ ਜਾਂ ਪਾਰਟੀਆਂ ਛੱਡ ਕੇ ਕੁਝ ਲੈ ਦੇ ਕੇ ਗਿਵ ਐਂਡ ਟੇਕ ਹਾਰਸ ਟ੍ਰੇਡਿੰਗ ਤੇ ਸੱਜੇ ਖੱਬੇ ਹੋ ਗਏ, ਉਹਨਾਂ ਤੇ 4 ਸਾਲ ਫੈਸਲਾ ਨਾ ਦੇਣਾ ਔਰ ਅੱਜ ਉਹ ਚੁੱਪ ਕਰਕੇ ਉੱਥੇ ਬੈਠੇ ਆ, ਇਹ ਸਾਰੀਆਂ ਗਲਤ ਪਰੰਪਰਾਵਾਂ ਪਾਉਣ ਲਈ ਰਾਣਾ ਕੇਪੀ ਜੀ ਔਰ ਉਹਨਾਂ ਦੀ ਜੋ ਕਾਰਵਾਈ ਹੈ, ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹਨਾਂ ਨੂੰ ਇਹਨਾਂ ਕੰਮਾਂ ਲਈ ਯਾਦ ਰੱਖਿਆ ਜਾਊਗਾ ਵਿਚ ਇਜ਼ ਨਾਟ ਗੁੱਡ। ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਜਾ ਕੇ ਲੋਕਾਂ ਨੂੰ ਕਿ ਜੇ ਸੱਚੇ ਸਵਾਲ ਪੁੱਛੇ ਜਾਂਦੇ ਸੀ ਮੈਂ ਕਿਉਂ ਰੋਕਦਾ ਸੀ। ਜੇ ਚੰਗੇ ਸਵਾਲ ਹੋਣਗੇ, ਸੱਚੀ ਗੱਲ ਸਾਹਮਣੇ ਆਊਗੀ ਤਾਂ ਸ਼ਾਇਦ ਕੋਈ ਸਰਕਾਰ ਹੱਲ ਵੀ ਲੱਭ ਦੂਗੀ, ਮਗਰ ਜੇ ਅਸੀਂ ਭੱਜਾਂਗੇ ਉਹਦੇ ਨਾਲ ਕੋਈ ਇਲਾਜ ਨਹੀਂ ਹੋਣਾ। ਤੁਹਾਡੇ ਕੋਈ ਸਵਾਲ ਜੀ? ਕਾਂਗਰਸ ਦੇ ਵਿਧਾਇਕ ਜਿਹੜੇ ਸੀਗੇ ਉਹਨਾਂ ਨੇ ਵੀ ਸਵਾਲ ਚੱਕੇ ਸੀਗੇ ਆਪਣੀ ਸਰਕਾਰ ਦੇ। ਦਵਿੰਦਰ ਘੁਬਾਇਆ ਨੇ ਸ਼ਰਾਬ ਫੈਕਟਰੀ ਦੇ ਸਵਾਲ ਚੱਕੇ ਸੀ, ਉਸ ਤੋਂ ਬਾਅਦ ਸੁਨੀਲ ਜਾਖੜ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਕਹਿੰਦੇ ਇਹ ਤਾਂ ਜਿਹੜਾ ਲਾਇਸੈਂਸ ਸੀ ਸੁਖਬੀਰ ਬਾਦਲ ਨੇ ਦਿੱਤਾ ਸੀ, ਜਦਕਿ 4 ਸਾਲ ਖੁਦ ਦੀ ਸਰਕਾਰ ਨੂੰ ਹੋ ਗਏ। ਦੇਖੋ ਕੱਲ ਬੜੀ ਉੱਥੇ ਕਮਾਲ ਦੀ ਗੱਲ ਹੋਈ ਤਪਨ ਜੀ, ਤੁਸੀਂ ਤਾਂ, ਤੁਹਾਨੂੰ ਵੀ ਨਹੀਂ ਮੈਨੂੰ ਲੱਗਦਾ ਉੱਥੇ ਵੜਨ ਦਿੰਦੇ, ਉਹਨੂੰ ਅੰਦਰ ਤਾਂ ਨਹੀਂ ਜਾਣ ਦਿੰਦੇ। ਆਹੋ, ਤੁਸੀਂ ਵੀ ਮੇਰੇ ਵਾਂਗੂ ਭੱਜੀ ਫਿਰਦੇ ਹੋ, ਕਦੇ ਅੰਮ੍ਰਿਤਸਰ ਕਦੇ ਉੱਧਰ। ਉਹ ਜਿਸ ਨੇ ਚੱਕਿਆ ਸੀ ਘੁਬਾਇਆ ਸਾਹਿਬ ਨੇ, ਉਹ ਵੀ ਕਾਂਗਰਸੀ, ਔਰ ਉਹ ਮਿਲ ਕਿਹਦੀ ਆ? ਉਹ ਸਵੇਰਾ ਬੈਵਰੇਜਸ ਦੇ ਨਾਂ ਤੇ ਉੱਤੇ ਡਾਇਰੈਕਟਰ ਕੌਣ ਹੈ? ਰਾਣਾ ਸੋਢੀ ਜੀ, ਜਿਹੜੇ ਉਹਨਾਂ ਦੇ ਮੰਤਰੀ ਆ, ਉਹਨਾਂ ਦੇ ਕਾਕੇ। ਔਰ ਮੈਂ ਬਾਅਦ 'ਚ ਵੇਖਿਆ ਜਦ ਉਹਨੂੰ ਸਵਾਲ ਪੁੱਛਿਆ, 2 ਵਜ਼ੀਰ ਉਹਨੂੰ ਘੇਰੀ ਬੈਠੇ ਸੀ, ਰਾਣਾ ਸੋਢੀ ਤੇ ਸੁਖਜਿੰਦਰ ਰੰਧਾਵਾ ਕੀ ਇਹ ਜੇ ਸਵਾਲ ਨਾ ਪੁੱਛ, ਬਾਅਦ 'ਚ ਕਰ ਲਾਂਗੇ, ਕੁਛ ਕਰ ਲਾਂਗੇ, ਤੂੰ ਇਹ ਸਵਾਲ ਨਾ ਪੁੱਛ। ਇਹੀ ਤਾਂ ਰੌਲਾ। ਇਸੇ ਲਈ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਦੀ ਆਵਾਜ਼ ਉੱਥੇ ਉਠਾਓ, ਔਰ ਆਪ ਨੂੰ ਵੀ ਮੈਂ ਕਹਿਣਾ ਕਿ ਘਬਰਾਉਣ ਦੀ ਲੋੜ ਨਹੀਂ। ਬੀ ਟੀਮ ਨਾ ਬਣੋ, ਟੀਮ ਬਣੋ ਲੋਕਾਂ ਦੀ। ਆਮ ਆਦਮੀ ਪਾਰਟੀ ਦਾ ਨਾਂ ਤਾਂ ਰੱਖ ਲਿਆ, ਆਮ ਆਦਮੀ ਦੀ ਗੱਲ ਵੀ ਹੋ ਜੇ ਅੰਦਰ, ਘਬਰਾਉਂਦੇ ਕਿਹੜੀ ਗੱਲੋਂ? ਅਸਲ 'ਚ ਸਾਨੂੰ ਇਸੇ ਲਈ ਕੱਢਿਆ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕੋਲ ਇਹਨਾਂ ਗੱਲਾਂ ਦਾ ਜਵਾਬ ਨਹੀਂ ਸੀ, ਜਾਂ ਜਵਾਬ ਦੇਣ ਨੂੰ ਸੀ ਕੋਈ ਨਹੀਂ, ਤੇ ਕੱਢ ਦਿਓ ਇਹਨਾਂ ਨੂੰ ਬਾਹਰ, ਕਿਉਂਕਿ ਮੁਸ਼ਕਿਲ ਹੋ ਰਿਹਾ ਸੀ। ਹਰ ਗੱਲ ਤੇ ਝੂਠ ਮਾਰਨਾ ਸੀ, ਅਸੀਂ ਝੂਠ ਚੱਲਣ ਨਹੀਂ ਦੇਣਾ ਸੀ, ਝੂਠ ਰਿਕਾਰਡ ਹੋਣਾ ਨਹੀਂ ਸੀ ਤੇ ਰੌਲਾ ਪੈਣਾ ਸੀ। ਔਰ ਕੱਲ ਵੀ ਮੈਂ ਬੇਨਤੀ ਕਰਦਾ, ਕੱਲ ਵੀ ਵੇਖੋ ਕੈਮਰਾ ਸਿਰਫ ਰਹਿਣਾ ਹੈ ਖਜ਼ਾਨਾ ਮੰਤਰੀ ਵੱਲ, ਝੂਠ ਨਾ ਬੋਲਣ ਦਿਓ। ਪੰਜਾਬ ਦੇ ਲੋਕਾਂ ਨੇ ਮਾਫ ਨਹੀਂ ਕਰਨਾ ਜੇ ਉੱਥੇ ਝੂਠ ਬੋਲ ਕੇ ਬਾਹਰ ਆ ਕੇ, ਕਿਉਂਕਿ ਲੋਕਾਂ ਨੇ ਪੁੱਛਣਾ ਪਿਛਲੇ ਬਜਟ 'ਚ, ਉਸ ਤੋਂ ਪਿਛਲੇ ਲਾਸਟ ਬਜਟ ਪੇਸ਼ ਹੋ ਰਿਹਾ, ਕਈ ਸਕੀਮਾਂ ਉੱਥੇ ਜਿਹੜੀਆਂ ਅਨਾਉਂਸ ਕੀਤੀਆਂ ਸੀ ਜੇ ਦੀਵਾਨੀ ਦਿੱਤੀ ਹੋਵੇ। ਅੱਜ ਸਾਰੇ ਫਿਸਕਲ ਇੰਡੀਕੇਟਰਸ ਦੱਸ ਰਹੇ ਆ ਕਿ ਕਿਵੇਂ ਪੰਜਾਬ ਦਾ ਦਿਵਾਲਾ ਨਿਕਲ ਗਿਆ, ਪੰਜਾਬ ICU 'ਚ ਹੈ ਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਪ੍ਰਗਟ ਸਿੰਘ ਵੀ ਵੱਡੇ ਸਵਾਲ ਹੁਣ ਚੱਕਦੇ ਪਏ ਨੇ ਕੈਪਟਨ ਅਮਰਿੰਦਰ ਸਿੰਘ ਤੇ। ਨਹੀਂ, ਸਵਾਲ ਤਾਂ ਸਾਰ ਪ੍ਰਗਟ ਸਿੰਘ ਨੇ ਵੀ ਚੁੱਕਿਆ, ਸਵਾਲ ਹੋਰਾਂ ਨੇ ਵੀ ਚੁੱਕਿਆ, ਅੰਦਰ ਜਾ ਕੇ ਚੁੱਕ ਦੇਣ, ਮੇਰੀ ਤਾਂ ਇਹ ਬੇਨਤੀ ਹੈ। ਅੰਦਰ 1-2 ਜੀਰਾ ਸਾਹਿਬ ਨੇ, ਭਾਵੇਂ ਮੈਂ ਉਹਨਾਂ ਦੀ ਕਈ ਗੱਲਾਂ ਨਾਲ ਸਹਿਮਤ ਨਹੀਂ ਰਹਿੰਦਾ, ਕਮਾਲ ਹੋ ਗਈ। ਮੈਂ ਤਾਂ ਇੰਟੈਲੈਕਟ ਲੈਵਲ ਤੇ, ਉਹ ਕਹਿੰਦਾ ਜੀ ਮਿੱਲ ਚਲਾ ਦਿਓ। ਉਹਨੇ ਸਵਾਲ ਬੜਾ ਚੰਗਾ ਕੀਤਾ ਕਿ ਜਿਹੜੀ ਸ਼ੂਗਰ ਮਿਲ ਬੰਦ ਪਈ ਹੈ ਅਕਾਲੀਆਂ ਵੇਲੇ ਤੋਂ, ਚਲਾ ਦਿਓ। ਤੇ ਅੱਗੋਂ ਵਜ਼ੀਰ ਸਾਹਿਬ ਦਾ ਜਵਾਬ ਕੀ ਸੀ? ਕਹਿੰਦਾ ਜੀ ਮਿਲ ਨਹੀਂ ਝੱਲੇ ਚੱਲ ਸਕਦੀ, ਮੈਂ ਮੰਗਾਏ ਸੀ, ਟੈਂਡਰ ਹੋ ਨਹੀਂ ਸਕਦੇ, ਅਸੀਂ ਸੋਚਿਆ ਪੰਪ ਖੋਲ੍ਹਦੇ ਹਾਂ, ਪੈਟਰੋਲ ਪੰਪ। ਦੱਸੋ ਕਮਾਲ ਹੋ ਗਈ ਯਾਰ। ਮਿਲ 'ਚ ਲੱਖਾਂ ਨੇ, ਉੱਥੇ ਕਰੋੜਾਂ ਦਾ ਕੰਮ, 150-200 ਕਰੋੜ ਦੀ ਮਿਲ ਲੱਗਣੀ ਹੈ, ਲੱਖਾਂ ਨੂੰ ਰੁਜ਼ਗਾਰ ਮਿਲਣਾ, ਗੰਨਾ ਆਉਣਾ,
ਕ੍ਰੌਪ ਡਾਈਵਰਸੀਫਿਕੇਸ਼ਨ ਹੋਣੀ ਹੈ। ਇਹ ਕਹਿੰਦੇ ਮੈਂ ਪੰਪ ਲਾ ਦੂੰ, ਪੈਟਰੋਲ ਪੰਪ। ਇਹ ਦੇਖ ਲਓ ਕਿਹੋ ਜਿਹਾ ਜਵਾਬ। ਫਿਰ ਉਹ ਕਹਿੰਦਾ ਚੰਗਾ ਪੰਪ ਨਹੀਂ ਤੇ ਤੁਸੀਂ ਜੇਲ੍ਹ ਹੀ ਬਣਾ ਦਿਓ। ਇਹਦਾ ਕੀ ਰੈਲੇਵੈਂਸ ਹੈ? ਔਰ ਉਹ ਕਹਿ ਰਹੇ ਦੇਖਦੇ ਜੀ ਵਿਚਾਰ ਕਰਦੇ ਜੇ ਜੇਲ੍ਹ ਬਣ ਸਕਦੀ ਹੈ। ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ, ਗੰਨਾ ਲੱਗ ਘੱਟ ਕਿਉਂ ਰਿਹਾ? ਕਿਉਂਕਿ ਯੂਪੀ ਤੇ ਹਰਿਆਣੇ ਨਾਲੋਂ ਇੱਥੇ ਰੇਟ ਘੱਟ ਹੈ, ਪਰ ਕਿੱਲੇ ਮਾਰ ਪੈ ਰਹੀ ਹੈ। ਇਹ ਫੈਸਲੇ ਪਾਲਿਸੀ ਸਹੀ ਕਰਨ ਦੇ ਲੱਗ ਜੂ, ਮਗਰ ਜਿਹੜਾ ਸਹੀ ਸਵਾਲ ਪੁੱਛੇ ਉਹਨੂੰ ਤਾਂ ਮਨਾਉਣ ਲੱਗ ਪੈਂਦੇ। ਕਿਸੇ ਨੂੰ ਕਹਿੰਦੇ ਤੈਨੂੰ ਚੇਅਰਮੈਨ ਨਹੀਂ ਦੇ ਦਿਆ, ਕੋਈ ਨਾ ਤੈਨੂੰ ਕਰੋੜ ਗ੍ਰਾਂਟ ਦੇ ਦਿਆਂਗੇ, ਚੁੱਪ ਕਰ ਜਾ, ਇੱਥੇ ਨਾ ਬੋਲ। ਕੰਮ ਤਾਂ ਉਹ ਚੱਲ ਰਿਹਾ ਅੰਦਰ। ਮੇਰੇ ਤੇ ਮੈਂ ਇਹਨਾਂ ਨੂੰ ਆਖਿਆ, ਮੈਂ ਤੁਸੀਂ ਅੰਸਾਰੀ ਦਾ ਕੇਸ ਲੜੀ ਜਾਂਦੇ ਹੋ ਤੇ ਜਿਹੜਾ 150 ਬੱਚਾ ਉੱਥੇ ਅੰਦਰ ਦਿੱਤਾ ਹੈ ਉਹਦੇ ਲਈ ਵੀ ਵਕੀਲ ਕਰ ਦੇਣਾ ਸੀ ਅਰਬਾਂ ਕਰੋੜਾਂ ਵਾਲਾ। ਸਭ ਤੋਂ ਕਾਬਲ ਵਕੀਲ ਉਹਨਾਂ ਲਈ ਨਹੀਂ ਕੀਤਾ। ਉਦੋਂ ਵੇਲੇ ਖਜ਼ਾਨਾ ਖਾਲੀ, ਜਿਹੜੇ ਕਿਸਾਨੀ ਸੰਘਰਸ਼ 'ਚ ਫਸੇ ਆ। ਮਗਰ ਅੰਸਾਰੀ ਨਾਲ ਪਤਾ ਨਹੀਂ ਕੀ ਪਿਆਰ ਹੈ। ਇੱਕ ਵਿਧਾਨ ਸਭਾ ਦੇ ਅੰਦਰ ਦੀਆਂ ਗੱਲਾਂ ਤੁਸੀਂ ਕਰਦੇ ਪਏ ਹੋ। ਇੱਕ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਦੀਆਂ ਫੋਟੋਆਂ ਵੀ ਦਿਖਾਈਆਂ। ਤੁਸੀਂ ਕਹਿੰਦੇ ਹੋ ਗੈਂਗਸਟਰਾਂ ਦੇ ਵੱਡੇ ਸਵਾਲ ਚੱਕਦੇ। ਅਕਾਲੀ ਦਲ ਹਮੇਸ਼ਾ ਚੱਕਦਾ ਹੈ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਪਨਪਦੇ ਪਏ ਨੇ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਫੋਟੋਆਂ ਵੀ ਦਿਖਾਈਆਂ ਕਿ ਗੈਂਗਸਟਰਵਾਦ ਜਿਹੜਾ ਪੰਜਾਬ 'ਚ ਖਤਮ ਕੀਤਾ ਗਿਆ। ਇੱਕ ਮੈਨੂੰ ਗੱਲ ਦੱਸੋ, ਰੂਲਿੰਗ ਪਾਰਟੀ ਦਾ ਕੰਮ ਫੋਟੋ ਦਿਖਾਣਾ ਨਹੀਂ, ਇੱਥੋਂ ਹੀ ਖੋਖਲਾਪਨ ਨਜ਼ਰ ਆਉਂਦਾ। ਰੂਲਿੰਗ ਪਾਰਟੀ ਦਾ ਕੰਮ ਹੈ ਕੰਮ ਕਰਨਾ। ਰੂਲਿੰਗ ਪਾਰਟੀ ਨੂੰ ਇੱਕ ਮੈਨੂੰ ਗੱਲ ਦੱਸੋ, ਮੁਖਤਿਆਰ ਅੰਸਾਰੀ ਤੇ ਤੁਹਾਨੂੰ ਪਤਾ ਪਰਚਾ ਪੰਜਾਬ 'ਚ ਕਿਹੜਾ ਦਿੱਤਾ? ਜੇ ਉਹਦੀ ਜਾਂਚ ਹੋ ਜੇ ਨਾ, ਉਹ ਉਮੰਗ ਜਿੰਦਲ CEO ਹੋਮਲੈਂਡ ਵਾਲਾ, ਉਹਨੇ ਸੱਚ ਦੱਸ ਦੇਣਾ, ਉੱਤੇ ਵੀ ਪਰਚਾ ਹੋ। ਉਹਨੇ ਪਰਚੇ 'ਚ ਦਰਜ ਕਰਾਇਆ FIR ਨੰਬਰ 0005 ਹੈ 19 ਦੀ 7 ਜਨਵਰੀ। ਮੈਨੂੰ ਤਾਂ FIR ਯਾਦ ਹੋ ਗਈ ਹੈ। ਉਹ 'ਚ ਉਹ ਲਿਖਾ ਰਿਹਾ ਕਿ ਮੈਨੂੰ ਥ੍ਰੈਟਨਿੰਗ ਕਾਲਸ ਆਏ। ਉਹ ਕਹਿੰਦੇ ਕਿਹਦੇ ਆਏ? ਕਹਿੰਦੇ ਸਮ ਅਨਸਾਰੀ, ਨਾਟ ਈਵਨ ਮੁਖਤਿਆਰ ਅੰਸਾਰੀ, ਸਮ ਅਨਸਾਰੀ। ਪੁਲਿਸ ਵੇਖੋ ਕਿੱਡੀ ਕਾਬਲ ਨਿਕਲੀ, ਉਹਨਾਂ ਨੇ ਲੱਭ ਲਿਆ ਕਿ ਇਹ ਸਮ ਅਨਸਾਰੀ ਮੁਖਤਿਆਰ ਅੰਸਾਰੀ ਹੈ। ਫੜ ਕੇ ਲਿਆਏ ਉਹਨੂੰ, ਤੇ ਫੜ ਕੇ ਲਿਆ ਕੇ ਤੁਸੀਂ ਐਡੀ ਫੁਰਤੀ ਵਿਖਾਈ ਤੇ ਚਲਾਨ ਹੀ ਪੇਸ਼ ਕਰ ਦਿੰਦੇ। ਜੇ ਚਲਾਨ ਨਾ ਪੇਸ਼ ਹੋਵੇ 90 ਦਿਨਾਂ 'ਚ ਜ਼ਮਾਨਤ ਹੋ ਜਾਂਦੀ ਹੈ। ਮਗਰ ਐਡਾ ਉਹਨੂੰ ਸਟੇਟ ਗੈਸਟ ਬਣਾਇਆ, ਉਹਨੂੰ ਐਡੀਆਂ ਫੈਸਿਲਿਟੀਜ਼ ਮਿਲ ਰਹੀਆਂ, ਉਹਨੂੰ ਇੰਨਾ ਰਾਜੀ ਰੱਖਿਆ ਕਿ ਉਹ ਘਰ ਜਾ ਕੇ ਰਾਜੀ ਨਹੀਂ, ਉਹ ਬੇਲ ਹੀ ਨਹੀਂ ਰਹਿ ਰਹੇ। ਗੱਲ ਜਿੱਥੇ ਇੱਕ ਪਾਸੇ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ, ਦੂਸਰੇ ਪਾਸੇ ਅਕਾਲੀ ਦਲ ਸੜਕਾਂ ਤੇ ਉਤਰ ਰਿਹਾ, ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਉਹਦੀ ਕੀ ਰਣਨੀਤੀ ਹੋਏਗੀ? ਕਿੱਦਾਂ ਦਾ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ? ਕਿਉਂਕਿ ਵਿਧਾਨ ਸਭਾ ਦੇ ਵਿੱਚ ਤਾਂ ਤੁਸੀਂ ਕਿਹਾ ਕਿ ਤੁਹਾਨੂੰ ਬੋਲਣ ਨਹੀਂ ਦਿੱਤਾ ਗਿਆ, ਤਾਂ ਪੰਜਾਬੀਆਂ ਦੀ ਆਵਾਜ਼ ਕਿੱਦਾਂ ਫਿਰ ਤੁਸੀਂ? ਦੇਖੋ ਇਸ ਤਰ੍ਹਾਂ ਹੈ, ਕੱਲ ਬਜਟ ਪੇਸ਼ ਹੋ ਰਿਹਾ, ਧਰਨੇ ਰੱਖਣ ਦਾ ਮਤਲਬ ਕੀ ਹੈ? ਕਰਜ਼ਾ ਮਾਫੀ ਨਹੀਂ ਹੋਈ, ਘਰ ਘਰ ਨੌਕਰੀ ਨਹੀਂ ਮਿਲੀ, ਸੋਸ਼ਲ ਵੈਲਫੇਅਰ ਸਕੀਮਾਂ 51,000 ਸ਼ਗਨ ਨਹੀਂ ਮਿਲਿਆ, ਬੇਰੋਜ਼ਗਾਰੀ ਭੱਤਾ 2500 ਨਹੀਂ ਮਿਲਿਆ, 2000 ਪੈਨਸ਼ਨ ਨਹੀਂ ਮਿਲੀ, ਮੁਲਾਜ਼ਮਾਂ ਦੇ ਭੱਤੇ ਡੀਏ ਨਹੀਂ ਮਿਲੇ, ਕੱਚੇ ਮੁਲਾਜ਼ਮ ਕੰਟਰੈਕਚੁਅਲ ਪੱਕੇ ਨਹੀਂ ਹੋਏ, ਗੰਨੇ ਦਾ ਬਕਾਇਆ ਨਹੀਂ ਮਿਲਿਆ। ਜਿੰਨੇ ਮੁੱਦੇ ਨੇ, ਜਿੰਨੇ ਵੀ ਕਰਜ਼ਾ ਮਾਫੀ 'ਚ ਜਿਨ੍ਹਾਂ ਦੀ ਡੈਥ ਹੋ ਗਈ ਖੁਦਕੁਸ਼ੀਆਂ ਨਾਲ, 10 ਲੱਖ ਸੀਗਾ ਚੋਣ ਮੈਨੀਫੈਸਟੋ ਕਾਂਗਰਸ ਦਾ, ਕੱਢ ਲਓ 10 ਲੱਖ ਤੇ ਇੱਕ ਸਰਕਾਰੀ ਨੌਕਰੀ, ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਚੇਤਿਆਂ ਨੂੰ ਮਿਲ ਗਈ, ਉਦੋਂ ਖਜ਼ਾਨਾ ਖਾਲੀ ਨਹੀਂ। ਦਿੱਲੀ ਕੇਸ ਲੜ ਸਕਦੇ ਅੰਸਾਰੀ ਦਾ, ਉਦੋਂ ਖਜ਼ਾਨਾ ਖਾਲੀ ਨਹੀਂ। ਮਗਰ ਜੇ ਕਿਸੇ ਪੁੱਤ ਨੂੰ ਕਿਸਾਨ ਦੇ ਨੂੰ ਨੌਕਰੀ ਦੇਣੀ, ਉਦੋਂ ਖਜ਼ਾਨਾ ਖਾਲੀ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਹਲਕਾ ਵਾਈਜ਼ ਕੱਲ ਸਾਡਾ ਧਰਨਾ ਹੈ ਕਿ ਔਨ ਗਰਾਊਂਡ 'ਚ ਸਾਡਾ ਧਰਨਾ ਜਾਰੀ ਹੋਗਾ, ਔਰ ਸਾਡਾ ਧਰਨਾ ਬਾਹਰ ਜਾਰੀ ਹੋਊਗਾ। ਜਿੱਥੇ ਦਾ ਸਰਕਾਰ ਨੇ ਗੱਲ ਕੀਤੀ ਹੈ ਈਡੀ ਬਣਾਉਣ ਦੀ, ਜਿਹੜਾ ਮਾਈਨਿੰਗ ਦੇ ਲੈ ਕੇ 4 ਸਾਲ ਹੋ ਗਏ ਆ, ਇਹਨਾਂ ਕੋਈ ਕੰਟਰੋਲ ਨਹੀਂ ਹੋਇਆ ਜੀ। ਉਹ ਮੈਂ ਤੁਹਾਨੂੰ ਬੇਨਤੀ ਕਰਾਂ ਜੀ, ਹਰ ਸਾਲ ਕੈਪਟਨ ਅਮਰਿੰਦਰ ਸਿੰਘ ਜੀ ਇੱਕ ਨਵਾਂ ਸ਼ਗੂਫਾ ਛੱਡਦੇ, ਇਹ ਉਹਦਾ ਹਿੱਸਾ। ਕੱਖ ਨਹੀਂ ਕਰਨਾ, ਸਭ ਪਤਾ। ਹੈਲੀਕਾਪਟਰ ਉੱਤੋਂ ਲੰਘ ਗਿਆ, ਥੱਲਿਓਂ ਲੰਘ ਗਿਆ, ਹਰ ਪਾਸਿਓਂ ਲੰਘ ਗਿਆ, ਸਭ ਵੇਖ ਲਿਆ। 4 ਸਾਲ ਲਟਾਤਾ, ਔਰ ਫਿਰ ਇਹ ਡਰਾਮਾ ਰਚਿਆ ਜਾ ਰਿਹਾ ਓਨਲੀ ਟੂ ਧਿਆਨ ਭਟਕਾਊ ਮੁੱਦਾ। ਕੱਖ ਨਹੀਂ, ਗੱਲ ਇੱਧਰ ਉੱਧਰ ਦੀ। ਤੁਸੀਂ ਇੱਕ ਗੱਲ ਦੱਸੋ, ਉਧਰ ਕਹਿੰਦੇ ਜੀ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ, ਇਹ 'ਚ ਨਵੀਂ ਗੱਲ ਕਿਹੜੀ? ਕਿਸਾਨਾਂ ਦੇ ਜਿਹੜੇ ਅੰਦਰ ਦਿੱਤੇ ਹੋਏ ਆ, ਉਹਨਾਂ ਲਈ ਤੁਸੀਂ ਕੀ ਕੀਤਾ? ਜਦੋਂ ਜਿਹੜਾ ਤੁਸੀਂ ਪੰਜਾਬ ਨੂੰ ਮੰਡੀ ਐਲਾਨ ਸਕਦੇ ਸੀ, ਸਟੇਟ ਦੇ ਅਧਿਕਾਰ ਥੱਲੇ ਸੀ ਐਗਰੀਕਲਚਰ, ਉਹ ਤਾਂ ਕੀਤਾ ਨਹੀਂ। ਇੱਕ ਪਾਸੇ ਗਵਰਨਰ ਨੂੰ ਰੈੱਡ ਕਾਰਪੇਟ, ਦੂਜੇ ਪਾਸੇ ਫਸਟ ਟਾਈਮ ਇਨ ਹਿਸਟਰੀ ਹੋਇਆ ਕਿ ਉਹਦੇ ਨਹੀਂ ਉਹਦੇ ਖਿਲਾਫ ਧਰਨਾ। ਯੂ ਕੈਨ ਨਾਟ ਫੂਲ ਪੀਪਲ। ਵੈਟ ਪੈਟਰੋਲ ਤੇ 27.5%, ਡੀਜ਼ਲ ਤੇ 17.5%, ਸਭ ਤੋਂ ਵੱਧ ਵੈਟ ਕੋਈ ਸੂਬਾ ਵਸੂਲ ਰਿਹਾ
ਤੇ ਪੰਜਾਬ ਵਸੂਲ ਰਿਹਾ, ਤੇ ਤੁਸੀਂ ਦਿੱਲੀ ਦੇ ਖਿਲਾਫ ਕੀ ਧਰਨਾ ਲਾ ਰਹੇ? ਪਹਿਲਾਂ ਆਪਣਾ ਘਟਾਓ, ਅਸੀਂ ਵੀ ਦਿੱਲੀ ਚੱਲਾਂਗੇ, ਦਿੱਲੀ ਘਟਾਵੇ ਫਿਰ। ਪਰ ਹਾਊ ਕੈਨ ਯੂ ਨਾਟ ਡੂ ਯੋਰ ਬਿਟ ਐਂਡ ਟਰਾਈ ਐਂਡ ਬਲੇਮ ਦ ਸੈਂਟਰ? ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਵਾਰੀ ਫੇਰ ਨਾਲ ਲਿਆਂਦਾ, ਪਿਛਲੀ ਵਾਰੀ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਂਦਾ ਸੀ, ਉਹਨਾਂ ਨੇ ਮੈਨੀਫੈਸਟੋ ਸਾਰਾ ਰੱਖਿਆ ਸੀਗਾ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਯਾਰ ਫੇਰ ਗੱਲ ਉੱਥੇ ਆ ਗਈ, ਇਹ ਪੀਕੇ ਨੂੰ ਲਿਆਉਣ ਚਾਹੇ ਜੀਕੇ ਨੂੰ ਲਿਆਉਣ, ਕਿ ਜਿਹਨੂੰ ਮਰਜ਼ੀ ਲਿਆਉਣ, ਇਹਨਾਂ ਦੀ ਮਰਜ਼ੀ ਹੈ। ਮੈਂ ਇਹਦੇ 'ਚ ਸਾਡਾ ਕੀ ਕੰਮ ਹੈ? ਮਗਰ ਜਿਸ ਬੰਦੇ ਨੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੋਵੇ, ਵਿਧਾਨ ਸਭਾ 'ਚ ਇਹ ਗੱਲ ਵੀ ਚੱਲੀ ਕਿ ਪਹਿਲਾਂ ਤਾਂ ਠੱਗਣ ਵਾਲਿਆਂ ਨੂੰ, ਜਿਨ੍ਹਾਂ ਨੇ ਆਪਣੇ ਮੂੰਹੋਂ ਇਹ ਮੈਨੀਫੈਸਟੋ ਬੋਲ ਕੇ ਬੋਲੇ, 400 ਵੀ ਉਹਨਾਂ ਤੇ ਲੱਗੇ, ਕੈਪਟਨ ਸਾਹਿਬ ਤੇ ਇਹਨਾਂ ਦੀ ਕਾਂਗਰਸ ਤੇ। ਫਿਰ ਜਿਹਨੇ ਇਹ 120 ਵਿੱਚ ਜਿਹਨੂੰ ਤੁਸੀਂ ਕੈਬਨਿਟ ਦਾ ਰੈਂਕ ਦੇਤਾ, ਉੱਤੇ ਜਿੱਥੇ ਦਾ ਪਰਚਾ ਦਰਜ ਹੋਣਾ ਚਾਹੀਦਾ, ਉਹਨੂੰ ਤੁਸੀਂ ਫੇਰ ਖਜ਼ਾਨਾ ਲੁਟਾਈ ਜਾ ਰਹੇ ਹੋ। ਨੌਕਰੀ ਮਿਲਣੀ ਸੀ ਨੌਜਵਾਨ ਨੂੰ, ਮਿਲ ਗਈ ਪੀਕੇ ਨੂੰ। ਇਹੀ ਤਾਂ ਰੌਲੇ ਆ।